ਸੋ ਤੁਸੀਂ ਕਹੋਗੇ ਵੀ ਇਹ ਕਿੱਧਰ ਨੂੰ ਤੁਰ ਪੈਂਦਾ ਹੈ, ਅੰਦਰ ਦਾ ਦਰਦ ਹੈ। ਅੱਜ ਦਾ ਜਿਹੜਾ ਮੈਂ ਵਿਚਾਰ ਕਰਨ ਜਾ ਰਿਹਾ ਨਾ, ਰੋਵੇ ਰਾਮ ਨਕਾਲਾ ਪਿਆ, ਜਿਹੜਾ ਵੀ ਉਹਦਾ ਹੋਇਆ ਇਕੱਲਾ ਬਹਿ ਕੇ ਰੋਇਆ। ਸੋ ਜਿਹੜਾ ਵਜੀਦਪੁਰ ਦਾ ਜਥੇਦਾਰ ਆ, ਪੰਜ ਪਿਆਰਿਆਂ 'ਚ ਲੱਗਦਾ ਮੇਨ, ਬਿਲਕੁਲ ਅਗਿਆਨੀ ਧਰਮ ਤੋਂ, ਇਸੇ ਧਰਮ ਤੋਂ ਅਗਿਆਨੀ। ਚਲੋ ਹੋ ਸਕਦਾ ਊੜਾ ਐੜਾ ਆਉਂਦਾ ਹੋਵੇ ਉਹਨੂੰ। ਜਦੋਂ ਮੈਨੂੰ ਪੰਜਾਂ ਪਿਆਰਿਆਂ ਦੇ ਪੇਸ਼ ਕੀਤਾ ਗਿਆ, ਪਤਾ ਸੀ ਉਹਨਾਂ ਨੂੰ ਕੋਈ ਬੰਦਾ ਹੈ, ਜਾਣਕਾਰੀ ਰੱਖਦਾ, ਕੁਛ ਦੇ ਅੰਦਰ ਹੈ, ਇੰਨਾ ਕੁ ਪੈਰ ਰੱਖਦੇ ਸਨ। ਸਾਰਿਆਂ ਨੂੰ ਪਹਿਲਾਂ ਮੈਂ ਉਸ ਬੰਦੇ ਦਾ ਸਤਿਕਾਰ ਕਰਦਾ। ਉਹਨਾਂ ਬੰਦਿਆਂ ਨੂੰ ਕਹਿਣ ਲੱਗਾ ਵੀ ਜਾਨੂੰ ਇਹ ਗੁਰੂ ਦਾ ਦਰਬਾਰ ਹੈ, ਬੇਨਿਆਈ ਨਹੀਂ ਹੋਣੀ, ਤੁਹਾਡੀ ਵੀ ਸੁਣਾਂਗਾ ਅਤੇ ਇਹਦੀ ਵੀ ਸੁਣਾਂਗਾ ਅਤੇ ਫੈਸਲਾ ਕਰਾਂਗਾ ਨਿਰਪੱਖ ਹੋ ਕੇ। ਪਰ ਜਿਹੜੇ ਵਿਚਾਰ ਉਹ ਨਿਰਪੱਖ ਹੋ ਕੇ ਨਹੀਂ ਕਰ ਸਕਿਆ। ਫੈਸਲੇ ਦੇ ਵਿੱਚ ਉਹਨੇ ਕੀਤਾ ਵੀ ਇਹ ਵੀ ਗੁਨਾਹਗਾਰ ਹੈ। ਮੈਨੂੰ ਉਹ ਗੁਨਾਹਗਾਰ ਦੱਸਦਾ ਵੀ ਬਾਬੇ ਦੀਪ ਸਿੰਘ ਨੂੰ ਤੂੰ ਬ੍ਰਹਮ ਗਿਆਨੀ ਕਿਉਂ ਨਹੀਂ ਗਿਣਦਾ, ਤੂੰ ਗੁਨਾਹਗਾਰ ਹੈ। ਉਹਦੀ ਮੜੀ ਦੀ ਕਿਉਂ ਗੱਲ ਕਰਦਾ ਵੀ ਉਹਨੇ ਮੜੀ ਬਣਾਈ। ਸ਼ਹੀਦ ਤਾਂ ਗੁਰੂਆਂ ਵਿੱਚ ਛਮਾਏ ਹੋਏ ਆ। ਇੰਨਾ ਅਗਿਆਨੀ ਬੰਦਾ, ਇੰਨਾ ਅਕਲ ਦਾ, ਧਰਮ ਦੀ ਦੁਨੀਆ ਦਾ ਉਹ ਤਰਫ ਪਤਾ ਨਹੀਂ ਕਿੰਨਾ ਅਕਲ ਰੱਖਦਾ ਹੋਵੇ, ਪਰ ਧਰਮ ਦੀ ਦੁਨੀਆ ਦੇ ਵਿੱਚ ਇੰਨਾ ਅਕਲ ਦਾ ਅੰਨਾ ਬੰਦਾ ਆਪਦੇ ਦਿਮਾਗ ਦੇ ਵਿੱਚੋਂ ਹੀ, ਆਪਦੇ ਮਨ ਦੇ ਵਿੱਚੋਂ ਹੀ ਜੋ ਕੋਈ ਉਹਦਾ ਮਨ ਕਹਿੰਦਾ, ਆਪਣੇ ਮਨ ਨੂੰ ਗੁਰੂ ਸਮਝ ਕੇ, ਆਪਣੇ ਮਨ ਨੂੰ ਪ੍ਰਧਾਨ ਸਮਝ ਕੇ, ਆਪਣੇ ਮਨ ਨੂੰ ਸਾਰਾ ਕੁਝ ਸਮਝ ਕੇ ਕਹਿੰਦਾ, ਆਪਦੇ ਕੋਲੋਂ ਹੀ ਜਿਹੜੇ ਗੁਰੂ ਹਨ ਉਹਨਾਂ ਦੇ ਵਿੱਚ ਇਹਨਾਂ ਸ਼ਹੀਦਾਂ ਦੀਆਂ ਆਤਮਾਵਾਂ ਸਮਾਈਆਂ ਪਈਆਂ। ਅਤੇ ਹੁਣ ਮੈਂ ਉਹਦੇ ਕੋਲੋਂ ਵਿਚਾਰ ਕਰਾਂ ਵੀ ਗੁਰੂ ਕੌਣ ਹੈ? ਰੱਬ। ਸਾਡੇ ਗੁਰੂ 'ਤੇ ਜਾ ਕੇ ਜਿਹੜੀ ਆਤਮਾ ਪ੍ਰਮਾਤਮਾ ਵਿੱਚ ਸਮਾ ਗਈ, ਸ਼ਹੀਦ ਗੁਰੂ ਵਿੱਚ ਕਿਵੇਂ ਸਮਾ ਗਿਆ, ਮੈਨੂੰ ਇੰਨੀ ਗੱਲ ਦੀ ਪਹਿਲਾਂ ਸਮਝਾ ਦੇ। ਨਾਨਕ ਅੰਧਾ ਹੋਏ ਕਿ ਰਤਨ ਪਰਖਣ ਜਾਏ ਤੇ ਅੰਨਾ ਹੈ। ਧਰਮ ਰਤਨ ਨੂੰ ਪਰਖਣ ਦੇ ਯਤਨ ਕਰ ਰਿਹਾ, ਜਾਂਚ ਸਿੱਖ ਰਿਹਾ, ਅਤੇ ਆਪਦੇ ਮਹਾਂਪੁਰਖਾਂ ਦੀ ਗੁਰੂ ਦੇ ਕੋਲੇ ਉਦਾਹਰਨ ਦੇ ਰਿਹਾ। ਫਲਾਣੇ ਮਹਾਂਪੁਰਖ ਨੇ ਇੰਝ ਕਿਹਾ ਸੀ। ਹੁਣ ਜੇ ਮੈਂ ਕਹਿ ਦਿਆਂ ਐਸੀ ਦੀ ਤੈਸੀ ਤੇਰੇ ਮਹਾਂਪੁਰਖਾਂ ਦੀ, ਜਿਹੜੇ ਗੁਰੂ ਦੇ ਬਰਾਬਰ ਆ ਕੇ ਬੋਲਦੇ, ਐਸੀ ਦੀ ਤੈਸੀ ਤੇਰੇ ਸਾਰੇ ਉਹਨਾਂ ਮਹਾਂਪੁਰਖਾਂ ਦੀ, ਜਿਹੜੇ ਗੁਰੂ ਦੇ ਬਰਾਬਰ ਆ ਕੇ ਖਲੋ ਗਏ, ਜਿਨ੍ਹਾਂ ਦੀਆਂ ਤੁਸੀਂ ਉਦਾਹਰਨਾਂ ਦੇਣ ਲੱਗ ਪਏ। ਸਾਡੇ ਫਲਾਣੇ ਮਹਾਂਪੁਰਖ ਨੇ ਇੰਝ ਕਰਕੇ ਵਿੱਚ ਲਿਖ ਦਿੱਤਾ, ਅਤੇ ਬਾਬਾ ਨੰਦ ਸਿੰਘ ਮਹਾਂਪੁਰਖ ਨਹੀਂ, ਉਹਨਾਂ ਦੇ ਬਰਖਲਾਫ ਕਿਉਂ ਜਾਂਦੇ? ਕਿ ਬਾਬਾ ਦੀਪ ਸਿੰਘ ਹੀ ਇਕੱਲਾ ਮਹਾਂਪੁਰਖ ਆ, ਜਿਹਨੇ ਧਰਮ ਦਾ ਗਿਆਨ ਹੀ ਬਦਲ ਕੇ ਰੱਖਤਾ, ਜਿਹਨੇ ਸਿੱਖਾਂ ਨੂੰ ਆਪਦੇ ਸਿੱਖ ਹੀ ਬਣਾ ਲਿਆ। ਸਤਿਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਆਪਦੇ ਸਿੱਖ ਬਣਾ ਗਿਆ। ਅਤੇ ਜਿਹੜੇ ਤਲਵਾਰ ਨਾਲ ਲੜਨ ਵਾਲੇ ਆ ਉਹ ਤਾਂ ਸੰਤ ਆ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ। ਕਿਸੇ ਦੁਨੀਆ ਦੇ ਵਿੱਚ ਇਹੋ ਜਿਹੀ ਹੋਰ ਕੌਮ ਵੀ ਵੇਖੀ ਮੋਢੇ 'ਤੇ ਰੱਖ ਕੇ ਤਲਵਾਰ 'ਤੇ ਜੇ ਤੁਸੀਂ ਆਖੋ ਸਤਿਗੁਰੂ ਨੂੰ ਡਰਾ ਜਾਵਾਂਗੇ, ਅਤੇ ਤੁਹਾਨੂੰ ਪਹਿਲਾਂ ਹੀ ਕਹਿ ਤਾ ਤੁਸੀਂ ਸਾਰਾ ਕੁਝ ਨਹੀਂ। ਮਤ ਸਮਝਣਾ ਵੀ ਸਾਰਾ ਕੁਛ ਹੀ ਆਪਾਂ ਹੈ। ਇਹ ਧਰਮ ਦੀ ਦੁਨੀਆ ਆ। ਸਤਿਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਜਾ ਕੇ ਵਿਚਾਰਾਂ ਕੀਤੀਆਂ, ਜਿੱਥੇ ਜਾ ਕੇ ਤੇਗਾਂ ਮਾਰੀਆਂ, ਉਹ ਕੋਈ ਨਿੱਕੀ ਜਿਹੀ ਕਹਾਣੀ ਨਹੀਂ ਸੀ, ਬਹੁਤ ਵੱਡੀ ਖੇਡ ਸੀ। ਸੋ ਸਤਿਗੁਰ ਨਾਨਕ ਪ੍ਰਗਟਿਆ, ਇਹ ਉਹਨਾਂ ਦੀ ਵਿਚਾਰਧਾਰਾ ਆ। ਹੁਣ ਬਹੁਤਾ ਮੈਂ ਉੱਧਰ ਨੂੰ ਨਾ ਜਾਵਾਂ, ਪਰ ਨਾਲ ਦੀ ਨਾਲ ਇੰਨਾ ਜ਼ਰੂਰ ਕਹਿ ਦਿਆਂ ਵੀ ਵਜੀਦਪੁਰ ਜਿਹੜਾ ਪੰਜਾਂ ਪਿਆਰਿਆਂ ਵਿੱਚ, ਪਤਾ ਨਹੀਂ ਕਿਹੜੀ ਟਕਸਾਲ ਦਾ ਬੰਦਾ ਮੈਂ ਨਹੀਂ ਜਾਣਦਾ, ਮੈਂ ਤਾਂ ਇੱਕ ਹੀ ਟਕਸਾਲ ਨੂੰ ਮੰਨਦਾ, ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਹੈ। ਮੈਂ ਤਾਂ ਉਹਦਾ ਟਕਸਾਲੀ ਹਾਂ, ਮੈਂ ਤਾਂ ਗੁਰਮਤਿ ਦਾ ਟਕਸਾਲੀ ਹਾਂ। ਹੋਰ ਕਿਸੇ ਟਕਸਾਲ ਨੂੰ ਮੈਂ ਨਹੀਂ ਮੰਨਦਾ। ਕਿਸੇ ਵੀ ਟਕਸਾਲ ਦਾ ਹੋਵੇ, ਇੱਥੇ ਆਨਲਾਈਨ ਆ ਕੇ ਵਿਚਾਰ ਕਰੇ, ਆਪਦੀ ਗੁੱਠ 'ਚ ਨਾ, ਆਪਦੀ ਖੁੰਦਰ 'ਚ ਨਾ ਸੱਦੇ ਮੈਨੂੰ, ਆਉਂਦਾ ਆ ਜਾ ਮੇਰੇ ਨਾਲ ਘਰ ਆ ਕੇ ਵਿਚਾਰ ਕਰ ਲਈ, ਵੇਖ ਕਿੱਡੇ ਸ਼ੈਤਾਨ ਅਤੇ ਕਿੱਡੇ ਤਿੱਖੇ ਬੰਦੇ ਆ। ਫਿਰ ਉੱਥੇ ਆਪਦੀ ਪਾਰਟੀ ਦੇ, ਮੇਰੀ ਪਾਰਟੀ ਦਾ ਕੌਣ ਹੈ? ਮੇਰੀ ਪਾਰਟੀ ਦੇ ਗੁਰੂ ਗ੍ਰੰਥ ਸਾਹਿਬ, ਜਿਹਨੂੰ ਇਹਨਾਂ ਨੇ ਖਿਡੌਣਾ ਬਣਾਇਆ ਹੋਇਆ, ਜਿਹਦਾ ਇਸਤੇਮਾਲ ਕਰ ਰਿਹਾ ਸਾਰੇ ਜਣੇ ਰੱਜ ਰੱਜ ਕੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੀ ਆਪਦੇ ਮਹਾਂਪੁਰਖਾਂ ਦੇ ਹਵਾਲੇ ਦਿੱਤੀ ਜਾਂਦਾ, ਵੇਰਵੇ ਦਿੱਤੀ ਜਾਂਦਾ, ਅਤੇ ਉਲਟਾ ਮੈਨੂੰ ਕਹਿੰਦਾ ਇਹ ਵੀ ਗੁਨਾਹਗਾਰ ਹੈ, ਅਤੇ ਮੇਰੇ ਨਾਲ ਘਰੇ ਆ ਕੇ ਜਦੋਂ ਆਖੇ ਮਰਜ਼ੀ ਵਿਚਾਰ ਕਰ ਲਈ। ਆਹ ਘਰ ਤੈਨੂੰ ਕੋਈ ਦਿਖਾਈ ਨਹੀਂ ਦਿੰਦਾ? ਜਿਸ ਘਰ ਵਿੱਚ ਸਾਰਿਆਂ ਨੇ ਸੁਣਨਾ, ਤੇ ਇੱਥੇ ਆਹ ਆਨਲਾਈਨ ਆਪਾਂ ਕਰੀਏ ਵਿਚਾਰ ਵੀ ਤੇਰੇ ਸ਼ਹੀਦ ਕਿਸ ਤਰ੍ਹਾਂ ਸਤਿਗੁਰ ਵਿੱਚ ਸਮਾ ਗਏ।
ਤਾਂ ਗੁਰਮਤ ਨੂੰ ਤੂੰ ਕਿਵੇਂ ਬਦਲ ਦੇਂਗਾ? ਤਾਂ ਗੁਰੂਆਂ ਨਾਲ ਵੱਡਾ ਤੈਨੂੰ ਕਿਵੇਂ ਹੋ ਜਾਏਗਾ? ਠੀਕ ਹੈ ਮਹਾਰਾਜ, ਪੰਜ ਪਿਆਰਿਆਂ ਦੇ ਵਿੱਚ ਤੇਰੀ ਕੋਈ ਜਗ੍ਹਾ ਬਣਾ ਕੇ ਤੈਨੂੰ ਸਥਾਨ ਦੇ ਗਏ, ਉਹ ਪੰਜ ਪਿਆਰਿਆਂ ਵਿੱਚ ਸਥਾਨ ਤੈਨੂੰ ਮਿਲਿਆ ਤੇ ਉਹਦਾ ਧੰਨਵਾਦ ਕਰ ਸਤਿਗੁਰੂ ਦਾ, ਸਤਿਗੁਰੂ ਜੀ ਤੁਹਾਡਾ ਧੰਨਵਾਦ, ਮੈਂ ਤੇ ਮਿੱਟੀ ਦਾ ਮਾਧੋ ਤੇ ਤੁਸੀਂ ਆਪਣੇ ਬਰਾਬਰ ਮੈਨੂੰ ਗੁਰੂ ਹੋਣ ਦਾ ਮਾਣ ਬਖਸ਼ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਿਡਾਉਣਾ ਜਾਣ ਕੇ ਤੇ ਹੁਕਮ ਆਪਦੇ ਜਾਰੀ ਕਰਨੇ ਸ਼ੁਰੂ ਕਰ ਦੇਣੇ। ਤੇ ਜੇ ਕੋਈ ਸੱਚ ਬੋਲਦਾ ਤੇ ਉਹਨੂੰ ਤਲਵਾਰਾਂ ਦੇ ਨਾਲ ਨਪਾਉਣ ਦਾ ਯਤਨ ਕਰਨਾ, ਇਹ ਤੇ ਨਹੀਂ ਹੁੰਦਾ ਹੈ। ਤੇ ਜਦੋਂ ਮਰਜੀ ਵਿਚਾਰ ਮੇਰੇ ਨਾਲ ਕਰ ਸਕਦੇ ਜੀ, ਧਰਮ ਇਹ ਨਹੀਂ ਨਜ਼ਾਰੇ ਲਓ, ਮੌਜਾਂ ਕਰੋ। ਜੋ ਕੋਈ ਤੁਸੀਂ ਗਲਤ ਕੀਤਾ, ਮੈਂ ਗਲਤ ਦੇ ਬਰਾਬਰ ਬਰਖਲਾਫ ਬੋਲਿਆ ਤੇ ਅੱਜ ਵੀ ਬੋਲਦਾ ਤੇ ਬੋਲਦਾ ਰਹਾਂਗਾ। ਸ਼ਹੀਦਾਂ ਦੀ ਦੁਨੀਆ ਵੱਖਰੀ ਆ। ਵਰਲਡ ਦੇ ਵਿੱਚ ਕੋਈ ਕੌਮ ਸ਼ਹੀਦਾਂ ਨੂੰ ਨਹੀਂ ਮੰਨਦੀ ਤੁਹਾਡੇ ਤੋਂ ਬਿਨਾਂ। ਜੇ ਸ਼ਹੀਦਾਂ ਦੀ ਪੂਜਾ ਹੁੰਦੀ ਤੇ ਤੁਹਾਡੇ 'ਚ ਧਾਰਮਿਕ ਲੈਵਲ ਤੇ ਦੁਨੀਆ ਦੇ ਸਾਰਿਆਂ ਨਾਲੋਂ ਨੀਵੇਂ ਧਾਰਮਿਕ ਲੋਕ ਹੋ ਤੁਸੀਂ। ਜਦੋਂ ਕੌਮੀਅਤ ਤੌਰ ਤੇ ਗਿਣੀਏ ਤੇ ਦੁਨੀਆ ਦੇ ਸਾਰਿਆਂ ਨਾਲੋਂ ਉੱਚੇ ਕੌਮੀਅਤ ਬੰਦੇ ਹੋ ਤੁਸੀਂ। ਕੌਮੀ ਬੰਦੇ ਦੁਨੀਆ ਦੇ ਸਾਰਿਆਂ ਨਾਲੋਂ ਉੱਚੇ। ਤੁਹਾਡੀ ਕੌਮ ਦੇ ਬਰਾਬਰ ਹੋਰ ਕੋਈ ਕੌਮ ਨਹੀਂ। ਜਿਸ ਕੌਮ ਨੇ ਰਲ ਕੇ ਗੁਰੂ ਦੇ ਗਿਆਨ ਨੂੰ ਵੀ ਲਤਾੜਤਾ, ਗੁਰੂ ਦੇ ਗਿਆਨ ਦੀ ਵੀ ਐਸੀ ਦੀ ਤੈਸੀ ਫੇਰਤੀ ਸਾਰੀ ਕੌਮ ਨੇ ਰਲ ਕੇ, ਤੇ ਆਪਦੀ ਕੌਮ ਦੇ ਬੰਦੇ ਨੂੰ ਸਤਿਗੁਰਾਂ ਦੇ ਬਰਾਬਰ ਫੋਟੋਆਂ ਦੇ ਵਿੱਚ ਬਿਠਾ ਕੇ ਸਾਬਤ ਕਰ ਦਿੱਤਾ। ਇਹ ਧਰਮ ਵਾਲੇ ਪਾਸਿਓਂ ਅਗਿਆਨੀ ਹੈ। ਤੇ ਜਿਹੜੇ ਇਹਨਾਂ ਦੇ ਸੂਰਮੇ ਆ ਉਹਨਾਂ ਨੂੰ ਇਹ ਗੁਰੂ ਦੇ ਬਰਾਬਰ ਬਿਠਾ ਦਿੰਦੇ ਤੇ ਗਿਆਨ ਵੀ ਸਾਰਾ ਉਹਨਾਂ ਦਾ ਹੀ ਲੈ ਲੈਂਦੇ। ਤੇ ਜਿਹੜੇ ਗੁਰੂ ਤੇਗਾ ਮਾਰਦੇ ਰਹਿ ਗਏ ਉਹ ਇਹਨਾਂ ਦੇ ਬਰਾਬਰ ਗੁਰੂ ਵੀ ਕੁਛ ਨਹੀਂ, ਗੁਰੂਆਂ ਨੂੰ ਵੀ ਲਤਾੜ ਕੇ ਥੱਲੇ। ਵੀਰ, ਨਾ ਤੇ ਤੇਰਾ ਮੈਂ ਜਾਣਦਾ ਨਹੀਂ ਕੀ ਆ ਤੇ ਨਾ ਮੈਂ ਕੋਈ ਦਾਣੇ ਲੈਣੇ ਆ ਨਾਂ ਦੇ ਵਿੱਚੋਂ, ਪਰ ਇੰਨੀ ਕੁ ਗੱਲ ਹੈ ਵੀ ਜੇ ਤੂੰ ਗੁਰੂ ਦੇ ਬਰਾਬਰ ਖਲੋ ਕੇ ਮੈਨੂੰ ਚੈਲੰਜ ਕਰਦਾ ਨਾ, ਤੇ ਆਹ ਵੇਖ ਲਾ ਮੈਂ ਸਾਰਿਆਂ ਦੇ ਸਾਹਮਣੇ ਚੈਲੰਜ ਕਰਦਾ ਜਦੋਂ ਮਰਜੀ ਆ ਸਾਹਮਣੇ। ਤੇ ਰੱਖ ਵਿਚਾਰਾਂ ਜਿਹੜੀਆਂ ਤੂੰ ਆਨਾ ਵੀ ਜਿਹੜੇ ਸ਼ਹੀਦ ਹੁੰਦੇ ਆ ਉਹ ਤਾਂ ਗੁਰੂ 'ਚ ਸਮਾਏ ਹੁੰਦੇ। ਜਿਹੜੇ ਸਾਡੇ ਸ਼ਹੀਦਾਂ ਦੀ ਥੋੜ੍ਹੀ ਗੱਲ ਕੀਤੀ, ਮੜੀਆਂ ਦੀ ਗੱਲ ਕੀਤੀ, ਕਬਰਾਂ ਦੀ ਗੱਲ ਕੀਤੀ, ਉਹ ਫਕਰਾਂ ਫਕੀਰਾਂ ਦੀ ਕੀਤੀ। ਉਹ ਪਤੰਦਰੋ, ਇਸ ਦੁਨੀਆ ਦੇ ਉੱਤੇ ਹੋਰ ਕੋਈ ਕੌਮ ਵੀ ਹੈਗੀ ਆ ਜਿਹਨੇ ਆਪਦੇ ਗੁਰੂ 'ਤੇ ਪਾਬੰਦੀਆਂ ਲਾਈਆਂ ਹੋਣ। ਤੇ ਹੁਣ ਤੁਸੀਂ ਮੇਰੇ ਬਰਖਲਾਫ ਫੇਰ ਬੋਲੋਗੇ ਵੀ ਇਹ ਬੰਦਾ ਕੰਜਰ ਵਾਲੇ ਕੰਮ ਕਰਨ ਲੱਗ ਪਿਆ। ਮੈਂ ਪ੍ਰੋਡਿਊਸਰ ਆ, ਮੇਰਾ ਬਿਜ਼ਨਸ ਆ। ਮੈਂ ਸੈਕਸ ਉੱਤੇ ਵੀ ਫਿਲਮਾਂ ਬਣਾਉਣੀਆਂ, ਕਾਮ ਉੱਤੇ ਵੀ ਬਣਾਉਣੀਆਂ, ਕ੍ਰੋਧ ਉੱਤੇ ਵੀ ਬਣਾਉਣੀਆਂ, ਲੋਭ ਉੱਤੇ ਵੀ ਬਣਾਉਣੀਆਂ। ਜਦੋਂ ਮੇਰਾ ਨਾਮ ਨਾ ਬਣ ਗਿਆ, ਜਦੋਂ 4 ਰੁਪਏ ਹੱਥ 'ਚ ਆਏ, ਇੱਕ ਬੰਦੇ ਨੂੰ ਬਾਬਾ ਦੀਪ ਸਿੰਘ ਬਣਾਉਣਾ ਹੈ। ਹੁਣੇ ਦੱਸੀ ਜਾਣਾ ਤੁਹਾਨੂੰ। ਜੇ ਤੁਹਾਡੇ 'ਚੋਂ ਕੋਈ ਵਿਰੋਧ ਕਰ ਗਿਆ ਤੇ ਸਾਰੀਆਂ ਦੀਆਂ ਸਾਰੀਆਂ ਕੌਮਾਂ ਤੁਹਾਡੇ ਬਰਖਲਾਫ ਮੈਂ ਖਿਲਾਰ ਕੇ ਵਿਖਾ ਦਿਆਂਗਾ। ਆਹ ਖਲੋਤੀਆਂ ਜੀ। ਕੋਈ ਤੁਹਾਡੇ ਤੋਂ ਮਨਜ਼ੂਰੀ ਲੈਣ ਦੀ ਨਹੀਂ ਲੋੜ ਵੀ ਤੁਸੀਂ ਸ਼੍ਰੋਮਣੀ ਕਮੇਟੀ ਗੁਰੂ ਜੇ ਵੀ ਮੈਂ ਤੁਹਾਡੇ ਕੋਲੋਂ ਮਨਜ਼ੂਰੀ ਲੈਣਾ ਹੋਵੇ ਤੁਸੀਂ ਸ਼੍ਰੋਮਣੀ ਕਮੇਟੀ ਵਾਲੇ ਹੁੰਦੇ ਜੀ। ਤੇ ਆਹ ਮੈਂ ਬਾਬੇ ਦੀਪ ਸਿੰਘ ਦੀ ਇੱਕ ਫਿਲਮ ਬਣਾਉਣ ਲੱਗਾ ਜਿਹੜੀ ਮੈਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਕਨਵਰਟ ਕਰਨੀ ਆ, ਡੱਬ ਕਰਨੀ ਆ, ਤੇ ਖਾਸ ਕਰਕੇ ਇੰਗਲਿਸ਼ 'ਚ, ਤੇ ਸਾਰੇ ਵਰਲਡ ਦੇ ਵਿੱਚ ਵਿਖਾਉਣਾ ਵੀ ਸਿੱਖ ਕੌਮ ਐਸੀ ਕੌਮ ਆ ਜਿਹੜੀ ਸਿਰ ਤਲੀ 'ਤੇ ਰੱਖ ਕੇ ਵੀ ਲੜ ਸਕਦੀ ਹੈ। ਬਹਾਦਰਾਂ ਦੀ ਕੌਮ ਹੈ ਤੇ ਯੋਧਿਆਂ ਦੀ ਕੌਮ ਹੈ। ਤੇ ਜਿੱਥੇ ਲੱਖਾਂ ਆ ਜਾਣ ਤੇ ਉੱਥੇ 2-3 ਜਣੇ ਹੀ ਟੱਕਰ ਲੈ ਲੈਂਦੇ ਆ, ਟੱਕਰਾ ਕਰ ਜਾਂਦੇ ਉਹਨਾਂ ਦਾ। ਇਹ ਕੌਮੀਅਤ ਤੌਰ 'ਤੇ ਸਾਰਿਆਂ ਨਾਲੋਂ ਵਰਲਡ ਦੇ ਵਿੱਚ ਮਹਾਨ ਕੌਮ ਆ। ਗੁਰੂਆਂ ਦੇ ਬਰਾਬਰ ਕੁਛ ਨਹੀਂ। ਧਰਮ ਦੀ ਦੁਨੀਆ 'ਚ ਅੰਡਾ, ਜਿੱਥੇ ਧਰਮ ਦੀ ਦੁਨੀਆ ਦੀ ਗੱਲ ਆਉਂਦੀ ਹੈ ਨਾ, ਉੱਥੇ ਇਹਨਾਂ ਦੇ ਪੱਲੇ ਆਂਡਾ ਆ, ਗੋਲ ਆਂਡਾ, ਕੁਛ ਵੀ ਨਹੀਂ, ਜ਼ੀਰੋ। ਤੁਰੇ ਨਹੀਂ ਉਹ ਪਾਸੇ ਨੂੰ। ਤਾਂ ਗਿਆਨ ਲਿਖਿਆ ਇੱਥੇ, ਇਹਨੂੰ ਕਿਵੇਂ ਤੁਸੀਂ ਇਨਕਾਰ ਜੋਗੇ? 5 ਬਾਣੀਆਂ ਦਾ ਨੇਮ ਕਿਸ ਬੰਦੇ ਨੇ ਲਿਆਂਦਾ ਤੁਸੀਂ ਦੱਸ ਸਕਦੇ ਜੀ? ਅੰਮ੍ਰਿਤ ਵੇਲੇ 5 ਬਾਣੀਆਂ ਦਾ ਨੇਮ ਕਰਿਆ ਕਰੋ। ਕਿਸ ਮੂਰਖ ਦੀ ਇਹ ਵਿਦਿਆ ਹੈ? ਗੁਰੂ ਗ੍ਰੰਥ ਸਾਹਿਬ ਦੀ ਤਾਂ ਨਹੀਂ, ਨਾ ਸਤਿਗੁਰੂ ਨਾਨਕ ਪਾਤਸ਼ਾਹ ਦੀ। ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਆਏ ਉਦੋਂ 5 ਬਾਣੀਆਂ ਦੀ ਕੋਈ ਖੇਡ ਹੀ ਨਹੀਂ ਸੀ। ਉਹ ਤਾਂ ਨਾਮਦਾਨ ਲੈ ਕੇ ਆਏ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹਦੇ ਵਾਸਤੇ ਮੂਲ ਮੰਤਰ ਲੈ ਕੇ ਆਏ। ਇਹਦੇ ਜਾਪ ਵਿੱਚੋਂ ਹੀ ਤੁਸੀਂ ਤੁਹਾਡਾ ਅੰਦਰ ਜਾਗਣਾ।
ਤੇ ਮਰ ਗਏ ਟੱਕਰਾਂ ਮਾਰ ਮਾਰ ਕੇ, ਖਾਬ ਖਾਬ ਕੇ, ਗੁੜਕਿਆਂ ਨੂੰ ਮੱਥੇ ਮਾਰ ਮਾਰ ਕੇ, ਪੋਥੀਆਂ ਨੂੰ ਮੱਥੇ ਮਾਰ ਮਾਰ ਕੇ, ਪੰਜ ਬਾਣੀਆਂ ਨੂੰ ਮੱਥੇ ਮਾਰ ਮਾਰ ਕੇ ਮਰ ਗਏ ਸਾਡੇ ਬੁੜੇ। ਤੇ ਮਰਵਾਏ ਕਿੰਨੇ? ਇਹਨਾਂ ਬੰਦਿਆਂ ਨੇ। ਗੁਰੂ ਦੀ ਥਾਂ ਤੇ ਗੁਰੂ ਕੌਣ ਬਣ ਕੇ ਬਹਿ ਗਏ ਬੰਦੇ? ਕੁੱਟਿਆ ਗੱਲ ਨਹੀਂ, ਵਿਚਾਰ ਦੇ ਨਾਲ ਕਰੋ ਇਹ ਗੱਲ ਸੱਚੀ ਹੈ ਜਾਂ ਨਹੀਂ। ਬਾਬੇ ਦੀਪ ਸਿੰਘ ਦੀ ਮੜੀ ਦਰਬਾਰ ਸਾਹਿਬ ਦੇ ਪਰਿਕਰਮਾ ਹੀ ਬਣਾਈ ਕਿ ਨਹੀਂ ਬਣਾਈ? ਸਾਡੀ ਕੌਮ ਨੂੰ ਤੇ ਮੜੀਆਂ ਦੀ ਪੂਜਾ ਕਰਨ ਤੋਂ ਹੀ ਰੋਕਿਆ ਸਤਿਗੁਰੂ ਨੇ। ਕਦੀ ਕਿਸੇ ਗੁਰੂ ਦੀ ਵੀ ਮੜੀ ਬਣੀ ਵੇਖੇ ਉੱਥੇ? ਕੰਡਰਾਲੇ ਦੀ ਮੜੀ ਬਣਾਤੀ। ਫਿਰ ਸਾਰਿਆਂ ਸ਼ਹੀਦਾਂ ਦਾ ਸਤਿਕਾਰ ਕਰਕੇ ਅੰਤਮ ਤੇ ਸ਼ਹੀਦਾਂ ਸਾਰਿਆਂ ਦੀ ਮੜੀ ਬਣਾ ਕੇ ਵੜ ਦੇ ਵਿੱਚ ਹੋਰ ਕੋਈ ਕੌਮ ਨਹੀਂ। ਮੈਨੂੰ ਮੱਕੇ ਦੇ ਵਿੱਚ ਕੋਈ ਸ਼ਹੀਦਾਂ ਦਾ ਸਥਾਨ ਵਿਖਾ ਦਿਓ, ਕੋਈ ਮਦੀਨੇ 'ਚ ਵਿਖਾ ਦਿਓ। ਤੁਸੀਂ ਹੁਣ ਹਿੰਦੂਆਂ ਦਾ ਵਿਰੋਧ ਕਰਦੇ ਵੀ ਹਿੰਦੂ ਇੰਝ ਜੀ, ਹਿੰਦੂ ਐਂ ਜੀ। ਬਨਾਰਸ ਦੇ ਵਿੱਚ ਮੈਨੂੰ ਕਿਸੇ ਵੀ ਇੱਕ ਸ਼ਹੀਦੀ ਕੋਈ ਮੈਨੂੰ ਜਗ੍ਹਾ ਬਣਾ ਦਿਓ ਤੇ ਉਹ ਵਿਖਾ ਦਿਓ ਵੀ ਉੱਥੇ ਸਾਰੀ ਦੀ ਸਾਰੀ ਕੌਮ ਉਹਨਾਂ ਨੂੰ ਪੂਜਦੀ ਹੋਵੇ, ਸਤਿਕਾਰ ਦਿੰਦੀ ਹੋਵੇ। ਆਪਦੇ ਦੇਵਤਿਆਂ ਦੇ ਬਰਾਬਰ ਲੈ ਕੇ ਦੇਵਤੇ ਆਓ ਤੇ ਸ਼ਹੀਦ ਸਾਰੇ ਦੇਵਤਿਆਂ ਦੇ ਬਰਾਬਰ ਆ। ਉਹਨਾਂ ਨੇ ਵੀ ਆਪਣੇ ਸ਼ਹੀਦਾਂ ਨੂੰ ਆਪਣੇ ਪੈਗੰਬਰਾਂ ਨਾਲੋਂ ਵੱਖਰੇ ਰੱਖਿਆ। ਤੁਸੀਂ ਪਤੰਦਰੋਂ ਲਿਆ ਕੇ ਤੇ ਆਪਦੇ ਗੁਰੂ ਦੇ ਸਿਰ ਦੇ ਉੱਤੇ ਬਿਠਾਤਾ, ਇੱਥੋਂ ਤੱਕ ਬਿਠਾਤਾ। ਤੁਸੀਂ ਆਪਦੇ ਉਹ ਜਿਹੜੇ ਸ਼ਹੀਦ ਆ ਉਹਨਾਂ ਦੀ ਵਿੱਦਿਆ ਤਾਂ ਤੁਸੀਂ ਸਿਰ ਉੱਤੇ ਬਿਠਾ ਲਈ ਪੰਥਕ ਮਰਿਆਦਾ ਕਹਿ ਕੇ। ਤੇ ਜਿਹੜੀ ਗੁਰਮਤਿ ਆ, ਜਿਹੜਾ ਗੁਰੂਆਂ ਦਾ ਗਿਆਨ ਆ, ਜਿਹੜੀ ਗੁਰੂਆਂ ਦੀ ਵਿੱਦਿਆ, ਤੁਸੀਂ ਤਲਵਾਰਾਂ ਲੈ ਕੇ ਆ ਗਏ ਜੀ ਵੀ ਇਹ ਅਸੀਂ ਮੰਨਣੀ ਨਹੀਂ ਜੀ, ਇਹਨੂੰ ਆਪਾਂ ਪੈਰਾਂ 'ਚ ਰੋਲ ਦੇਣਾ। ਕਿਸ ਤਰ੍ਹਾਂ ਹੋ ਸਕਦਾ? ਕਿੱਧਰ ਨੂੰ ਚੱਲ ਰਹੀ ਭਲਾ ਵਿਚਾਰ? ਰੋਵੇ ਰਾਵਣ ਕਾਲਾ ਪਿਆ ਤੇ ਸੀਤਾ ਲਛਮਣ ਵਿਛੜ ਗਿਆ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੋਈ ਕੁੱਟਣ ਨਹੀਂ ਆਇਆ ਉਦੋਂ ਲੈ ਕੇ ਤਲਵਾਰ। ਉਹਨਾਂ ਬ੍ਰਹਮਾ ਜੀ ਬਾਰੇ ਬੋਲਿਆ, ਵਿਸ਼ਨੂੰ ਜੀ ਬਾਰੇ ਬੋਲਿਆ, ਉਹਨਾਂ ਸ਼ਿਵ ਜੀ ਬਾਰੇ ਬੋਲਿਆ ਤੇ ਡਟ ਕੇ ਬੋਲਿਆ। ਕੋਈ ਨਹੀਂ ਕੁੱਟਣ ਆਇਆ ਉਹਨਾਂ ਨੂੰ, ਉਹ ਤੇ ਉਹਨਾਂ ਦੇ ਰੱਬ ਸਨ। ਤੇ ਮੈਨੂੰ ਦੱਸੋ, ਤੁਹਾਡਾ ਦੀਪ ਸਿੰਘ ਕੀ ਤੁਹਾਡਾ ਰੱਬ ਆ? ਜਾਂ ਤਾਂ ਮੰਨ ਜੋ ਆਖੋ ਵੀ ਸਾਡਾ ਦੀਪ ਸਿੰਘ ਸਾਡਾ ਖੁਦਾ ਆ, ਸਾਡਾ ਰੱਬ ਆ, ਤੇ ਜਾਓ ਆਪਦੇ ਘਰਾਂ ਨੂੰ ਵੇ ਤੇ ਗੁਰੂ ਦਾ ਘਰ ਆ, ਤੁਹਾਡਾ ਤੇ ਕਬਜ਼ਾ ਇਹਦੇ ਤੇ। ਤੁਸੀਂ ਤੇ ਗੁਰੂ ਦੇ ਗਿਆਨ ਨੂੰ ਨੱਪ ਕੇ ਆਪਦਾ ਗਿਆਨ ਤਿਆਰ ਕੀਤਾ ਹੋਇਆ। ਤੁਸੀਂ ਤੇ ਗੁਰੂ ਨੂੰ ਨੱਪ ਕੇ, ਗੁਰੂ ਨੂੰ ਸੁੱਟ ਕੇ ਉਹਦੀ ਜਗ੍ਹਾ ਤੇ ਤੁਸੀਂ ਆਪ ਬੈਠੇ ਹੋਏ। ਸੱਚ ਬੜਾ ਔਖਾ ਸੁਣਨਾ। ਕਲਗੀਧਰ ਪਾਤਸ਼ਾਹ ਜੀ ਉੱਚ ਕੋਟੀ ਦੇ ਧਾਰਮਿਕ ਰਹਿਬਰ ਸਨ, ਜਿਨ੍ਹਾਂ ਨੂੰ ਰਤਨਾ ਪਰਖਣ ਦੀ ਜਾਚ ਸੀ। ਉਹਨਾਂ ਨੂੰ ਪਤਾ ਸੀ ਜਿਹੜੀ ਤਾਕਤ ਮੈਂ ਦੇ ਕੇ ਜਾਣੀ ਬਾਬਾ ਦੀਪ ਸਿੰਘ ਨਹੀਂ ਸੰਭਾਲ ਸਕਦੇ। ਇਹ ਉਹਦੀ ਡੂੰਘੇ ਹੀ ਨਹੀਂ ਗਏ, ਉਹਦੀ ਦੂਰ ਹੀ ਨਹੀਂ ਗਏ। ਜਿਹੜਾ ਬੰਦਾ ਉਹਨਾਂ ਨੇ ਜਾ ਕੇ ਲੱਭਿਆ ਉਹ ਸੀ ਮਾਧੋ ਦਾਸ ਬੈਰਾਗੀ। ਬੰਦਾ ਸਿੰਘ ਬਹਾਦਰ ਜੀ ਨੂੰ ਬਣਾਇਆ ਤੇ ਬੰਦਾ ਸਿੰਘ ਬਹਾਦਰ ਕੋਲੇ ਉਹ ਸਮਰੱਥਾ ਸੀ। ਬੰਦਾ ਸਿੰਘ ਬਹਾਦਰ ਉਸ ਤਾਕਤ ਨੂੰ ਸੰਭਾਲ ਸਕਦੇ ਸਨ ਜਿਹੜੀ ਤਾਕਤ ਕਲਗੀਧਰ ਪਾਤਸ਼ਾਹ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਜਾਂਦੇ। ਇਹ ਤਾਕਤਾਂ ਨੂੰ ਵਸ ਵਿੱਚ ਕਰਨਾ, ਸੰਭਾਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਤੁਸੀਂ ਹੁਣ ਉਹਨਾਂ ਨੂੰ ਮੰਨਦੇ ਹੀ ਨਹੀਂ। ਤੁਸੀਂ ਨਾ ਸਵਰਗ ਨੂੰ ਮੰਨੋ, ਨਾ ਤੁਸੀਂ ਨਰਕ ਨੂੰ ਮੰਨੋ, ਨਾ ਤੁਸੀਂ ਤਾਕਤਾਂ ਨੂੰ ਹੀ ਮੰਨੋ। ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਲਿਖੀ ਵਿੱਦਿਆ ਸਾਰੀ। ਇਸ ਕਰਕੇ ਆਪਣੇ ਵਿੱਚੋਂ 5 ਬੰਦਿਆਂ ਨੂੰ ਉਹਨਾਂ ਨੇ ਵੇਦਾਂ ਸ਼ਾਸਤਰਾਂ ਦੀ ਵਿੱਦਿਆ ਲੈਣ ਵਾਸਤੇ ਭੇਜਿਆ ਸੀ ਵੀ ਇਹ ਤੁਹਾਨੂੰ ਵਿੱਦਿਆ ਦਿਆ ਕਰਨਗੇ। ਪਹਿਲਾਂ ਵਿੱਦਿਆ ਲੈ ਲੈਣਗੇ, ਪਹਿਲਾਂ ਆਹ ਵਿੱਦਿਆ ਤੇ ਆ ਜੇ ਜਿੱਥੇ ਜਾ ਕੇ ਜਿਹੜੀ ਸਾਡੀ ਆਤਮਾ ਆ ਉਹ ਸਵਰਗ ਨੂੰ ਸਮਝਦੀ ਆ, ਧਰਮ ਦੀ ਦੁਨੀਆ ਨੂੰ ਸਮਝਦੀ ਆ। ਉਦੋਂ ਅਗਲੀ ਵਿੱਦਿਆ ਇਹ ਆ, ਜੇ ਕੋਈ ਨਰਸਰੀ ਦੇ ਬੱਚੇ ਨੂੰ, ਦੂਸਰੀ ਦੇ, ਤੀਸਰੀ ਦੇ, ਚੌਥੀ ਦੇ ਬੱਚੇ ਨੂੰ ਕੋਈ ਟ੍ਰਿਪਲ ਐਮ ਏ ਬਾਰੇ ਗੱਲ ਕਰੇ ਵੀ ਆਪਾਂ ਐਮ ਏ ਦੀ ਵਿੱਦਿਆ ਕਰਨੀ, ਕੋਈ ਡਿਗਰੀ ਦੀ ਗੱਲ ਕਰੇ, ਉਹਨੂੰ ਵਿਚਾਰੇ ਨੂੰ ਕੀ ਪਤਾ ਡਿਗਰੀ ਕੀ ਹੁੰਦੀ ਹੈ। ਲੱਖ ਯਤਨ ਕਰੀ ਜਾਓ ਤੇ ਸਾਡੇ ਵਾਲੀ ਫੌਜ ਬਾ ਕੋਈ ਨਰਸਰੀ ਦਾ, ਕੋਈ ਦੂਸਰੀ ਦਾ, ਕੋਈ ਤੀਸਰੀ ਦਾ, ਕੋਈ ਚੌਥੀ ਦਾ, ਕੋਈ ਤੁਹਾਡੇ ਮਸ਼ਕੀਨ ਵਰਗਾ ਕੋਈ 5ਵੀਂ 6ਵੀਂ ਦਾ ਹੋਊਗਾ। ਤੇ ਮਸ਼ਕੀਨ ਤੁਹਾਡਾ ਸੰਤਾਂ ਨੂੰ ਕਹਿੰਦਾ ਰਿਹਾ, ਜਿਹੜੇ ਸਵਰਗ ਦੇ ਸੰਤ ਆ, ਜਿਨ੍ਹਾਂ ਵਿੱਚੋਂ ਬਾਬਾ ਈਸਰ ਸਿੰਘ, ਨੰਦ ਸਿੰਘ, ਸੇਵਾ ਸਿੰਘ ਤਰਮਾਲਾ ਵਾਲੇ, ਤੇ ਇਹਨਾਂ ਦੇ ਵਿੱਚੋਂ ਹੀ ਤੁਹਾਡਾ ਦੀਪ ਸਿੰਘ ਆ। ਇੱਕੇ ਕੈਟਾਗਰੀ ਦੇ ਸਾਰੇ। ਤੇ ਉਹ ਕੌਣ ਆ? ਉਹ ਕਹਿੰਦਾ ਜੀ ਮੁਰਦੇ ਸ਼ਿੰਗਾਰੇ ਹੋਏ। ਤੇ ਫਿਰ ਭਲਿਆ ਮਾਨ ਸਾਹਿਬ ਵੀ ਦੀਪ ਸਿੰਘ ਨਹੀਂ ਮੁਰਦਾ ਸ਼ਿੰਗਾਰਿਆ, ਜਿਹਨੇ ਸਾਰੀ ਦੀ ਸਾਰੀ ਕੌਮ ਨੂੰ ਪੰਥਕ ਮਰਿਆਦਾ ਵਾਲੇ ਝੋਕਿਆ। ਪੋਥੀਆਂ ਪੜ੍ਹਿਆ ਕਰੋ ਤੇ ਗੁੜ ਕੇ ਪੜ੍ਹਿਆ ਕਰੋ ਤੇ 108 ਪਾਠ ਜਿਹੜੇ ਜਪਜੀ ਸਾਹਿਬ ਦੇ ਕਰਿਆ ਕਰੋ। ਬੜਾ ਦੁੱਖ ਲੱਗਾ ਤੁਹਾਨੂੰ ਬਾਬੇ ਦੀਪ ਸਿੰਘ ਬਾਰੇ ਗੱਲ ਕਰਨ ਦਾ
ਮੇਰੇ ਆਪਦੇ ਭਤੀਏ ਕਹਿੰਦੇ ਮਰਨ ਦਿਓ ਇਹਨੂੰ। ਬਾਬਾ ਦੀਪ ਸਿੰਘ ਬਾਰੇ ਬੋਲਿਆ। ਕੌਣ ਹੈ ਬਾਬਾ ਦੀਪ ਸਿੰਘ? ਕਿੰਨਵਾਂ ਗੁਰੂ ਤੁਹਾਡਾ? ਦੀਪ ਸਿੰਘ ਕੌਣ ਆ? ਕਿੰਨਵਾਂ ਗੁਰੂ ਆ? ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦਿੱਗਜ ਬੰਦਿਆਂ ਨੂੰ, ਜਿਨ੍ਹਾਂ ਨੂੰ ਲੋਕ ਧਾਰਮਿਕ ਰੱਬ ਕਹਿੰਦੇ ਸਨ, ਬ੍ਰਹਮ ਕਹਿੰਦੇ ਸਨ, ਸੰਤ ਕਹਿੰਦੇ ਸਨ, ਉਹਨਾਂ ਬਾਰੇ ਆ ਕੇ ਖੁੱਲ੍ਹ ਕੇ ਵਿਚਾਰ ਕੀਤੀ। ਬ੍ਰਹਮੇ ਬਾਰੇ, ਵਿਸ਼ਨੂੰ ਬਾਰੇ, ਸ਼ਿਵ ਜੀ ਬਾਰੇ ਕਲਗੀਧਰ ਪਾਤਸ਼ਾਹ ਜੀ ਨੇ ਗੱਲ ਕੀਤੀ। ਕਿਸੇ ਨੇ ਨਹੀਂ ਉਹਨਾਂ ਨੇ ਆ ਕੇ ਕੁੱਟਿਆ। ਹਿੰਦੂ ਸਕਦੇ ਤਾਕਤ ਘੱਟ ਰੱਖਦੇ ਨਾ ਸਤਿਗੁਰੂ ਨਾਨਕ ਪਾਤਸ਼ਾਹ ਦਾ ਕਤਲ ਕੀਤਾ। ਇਹਦੇ ਧਰਮ ਦੀ ਦੁਨੀਆ, ਵਿਚਾਰ ਦੀ ਦੁਨੀਆ। ਅਸੀਂ ਤਾਂ ਸਿੱਖ ਧਰਮ ਵਿੱਚ ਰਹਿੰਦੇ ਹਾਂ। ਸਾਡਾ ਧਰਮ ਸਿੱਖ ਧਰਮ ਆ। ਇੱਥੇ ਗਿਆਨ ਲਿਖਿਆ ਹੋਇਆ, ਸਤਿਗੁਰੂ ਜੀ ਲਿਖ ਕੇ ਗਏ। ਤੇ ਬਾਬਾ ਦੀਪ ਸਿੰਘ ਉਹਦੇ ਤੇ ਪੂਰੇ ਨਹੀਂ ਉਤਰਦੇ। ਪਰ ਕੌਮ ਦੇ ਬਹਾਦਰ ਯੋਧੇ ਸਨ ਉਹ। ਜਿਹੜੇ ਕੌਮ ਦੇ ਬਹਾਦਰ ਯੋਧੇ ਸਨ, ਉਹਨਾਂ ਨੂੰ ਬਹਾਦਰ ਯੋਧਿਆਂ 'ਚ ਰੱਖੋ। ਦੋ ਕੈਟਾਗਰੀਆਂ, ਉਹਨਾਂ ਦੀ ਕੈਟਾਗਰੀ ਵੱਖਰੀ ਆ, ਇਹਨਾਂ ਦੀ ਕੈਟਾਗਰੀ ਵੱਖਰੀ ਆ। ਦੂਸਰੀ ਕੈਟਾਗਰੀ ਦੇ ਵਿੱਚ ਉਹ ਜਿੱਥੇ ਸੰਤਾਂ 'ਚ ਆਉਂਦੇ ਆ, ਉੱਥੇ ਉਹ ਬ੍ਰਹਮ ਗਿਆਨੀ ਨਹੀਂ, ਉੱਥੇ ਉਹ ਦੇਵੀ ਦੇਵਤਿਆਂ ਵਾਲੇ ਜਿਹੜੇ ਸਵਰਗ ਆ, ਸਵਰਗ ਦੇ ਵਿੱਚ ਆ। ਜਿਹੜੀ ਸਵਰਗ ਦੇ ਵਿੱਚ ਮਾਇਆ ਨਗਰੀ ਹੁੰਦੀ ਆ, ਉਹ ਤੁਸੀਂ ਜਦੋਂ ਸੁੱਖਣਾ ਸੁੱਖਦੇ ਜੇ ਉਹ ਮਾਇਆ ਮਿਲ ਜਾਂਦੀ ਹੈ। ਤੁਸੀਂ ਤਾਂ ਕਰਕੇ ਮਾਇਆ ਤੋਂ ਪ੍ਰਭਾਵਿਤ ਜੀ। ਦੇਵੀ ਦੇਵਤਿਆਂ ਤੋਂ ਹਿੰਦੂ ਜਗਤ ਪ੍ਰਭਾਵਿਤ ਆ, ਕਿਉਂਕਿ ਉਹ ਮਾਇਆ ਨਗਰੀ ਦੇ ਖਿਡਾਰੀ ਆ ਤੇ ਮਾਇਆ ਦੇ ਦਿੰਦੇ। ਬਾਬਾ ਦੀਪ ਸਿੰਘ ਮਾਇਆ ਨਗਰੀ ਦਾ ਖਿਡਾਰੀ ਹੈ ਤੇ ਸਤਿਗੁਰੂ ਮਾਇਆ ਚੋਂ ਬਾਹਰ ਕੱਢਦੇ ਹੋਏ ਆ ਜਾਓ ਭਲਿਓ ਮਾਨਸੋ, ਇਹ ਸੰਸਾਰ ਸਭ ਝੂਠਾ ਹੈ। ਅਸੀਂ ਇਹਨੇ ਰਹਿਣ ਦੇ ਬਾਬਾ ਕਿਹੜਾ ਝੂਠਾ ਤੇ ਸਭ ਸੱਚ ਆ। ਸਾਡੇ ਧੀਆਂ, ਸਾਡੇ ਪੁੱਤਰ, ਸਾਡੇ ਕਾਰੋਬਾਰ, ਸਾਡੀ ਅਮੀਰੀ, ਸਾਡੀ ਗਰੀਬੀ, ਸਾਡੇ ਵਿਗੜਦੇ ਡੁੱਲਦੇ ਕੰਮ, ਸਾਡੇ ਖੰਡ ਪਾਠ ਕਰਾਉਣੇ, ਸਾਡੀਆਂ ਸੁੱਖਣਾ ਸੁੱਖਣੀਆਂ, ਸਾਡੇ ਤੀਰਥਾਂ 'ਤੇ ਜਾਣਾ, ਜਾ ਕੇ ਮੱਥੇ ਰਗੜਨੇ, ਉਹਦੇ 'ਤੇ ਵਿਸ਼ਵਾਸ ਨਹੀਂ ਕਰਨਾ। ਜੋ ਕੁਝ ਕੁਦਰਤ ਨੇ ਲਿਖਦਾ, ਜੋ ਸਾਡੇ ਮੱਥੇ 'ਤੇ ਲਿਖਿਆ ਗਿਆ, ਮਿਲ ਕੇ ਰਹੇਗਾ। ਕੋਈ ਨਹੀਂ ਬਦਲ ਸਕਦਾ ਉਹਨੂੰ। ਸਤਿਗੁਰੂ ਨਹੀਂ ਬਦਲ ਸਕੇ। ਅਸੀਂ ਕਿਹੜੇ ਬਾਗ ਦੀ ਮੂਲੀ ਹਾਂ। ਕੋਈ ਪੀਰ ਨਹੀਂ ਬਦਲ ਸਕਦਾ, ਕੋਈ ਫਕੀਰ ਨਹੀਂ ਬਦਲ ਸਕਦਾ, ਕੋਈ ਦੇਵੀ ਨਹੀਂ ਬਦਲ ਸਕਦੀ, ਕੋਈ ਦੇਵਤਾ ਨਹੀਂ ਬਦਲ ਸਕਦਾ। ਜੋ ਕੁਝ ਹੋਣਾ ਜ਼ਿੰਦਗੀ 'ਚ ਹੋ ਕੇ ਰਹੇਗਾ। ਜੋ ਕੁਝ ਉਹਨੇ ਲਿਖਿਆ ਉਹ ਆਪਾਂ ਨੂੰ ਕਰਨਾ ਪੈਣਾ। ਸਤਿਗੁਰੂ ਨਹੀਂ ਬਦਲ ਸਕੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣਾ ਪਰਿਵਾਰ ਛੱਡਣਾ ਪਿਆ ਤੇ ਥਾਂ ਥਾਂ 'ਤੇ ਜਾ ਕੇ ਦੁੱਕੀ ਦੁੱਕੀ ਦੇ ਧਾਰਮਿਕ ਬੰਦਿਆਂ ਤੋਂ ਆਪਦੀ ਬੇਇੱਜ਼ਤੀ ਕਰਾਉਣੀ ਪਈ। ਕਿਸੇ ਨੇ ਭੂਤਨਾ ਕਿਹਾ, ਕਿਸੇ ਨੇ ਬੇਤਾਲਾ ਕਿਹਾ, ਕਿਸੇ ਨੇ ਪਤਾ ਨਹੀਂ ਅਕਲ ਨਾ ਮੌਤ। ਗ੍ਰਸਤੀ ਬੰਦਾ ਉੱਠ ਕੇ ਤੇ ਸਾਨੂੰ ਸਮਝਾਉਣ ਆ ਗਿਆ। ਸਤਿਗੁਰੂ ਜੇ ਕਿਤੇ ਆਪਣੀਆਂ ਅੰਦਰ ਦੀਆਂ ਤਾਕਤਾਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਆਪਦੀਆਂ ਤਾਕਤਾਂ ਤੋਂ ਅਵਗਤ ਨਾ ਕਰਾਉਂਦੇ, ਸਮਝਾਉਂਦੇ ਨਾ, ਤੇ ਕਿੰਨੇ ਸਮਝਣਾ ਸੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਧਾਰਮਿਕ ਹੈ। ਰੱਬ ਨੂੰ ਨਹੀਂ ਮੰਨਦੇ ਇੱਥੇ ਲੋਕ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਮਨਾਇਆ ਤੇ ਆਪਦੇ ਅੰਦਰ ਦੀਆਂ ਤਾਕਤਾਂ ਦਾ ਇਸਤੇਮਾਲ ਕਰਕੇ ਸਿੱਧਾਂ ਨੂੰ ਨਵਾ ਕੇ ਵੱਡੇ ਵੱਡੇ ਸਿੱਧ ਨਾਥ, ਵੱਡੇ ਵੱਡੇ ਹਿੰਦੂ ਜਗਤ ਦੇ ਜਿਹੜੇ ਉੱਚ ਕੋਟੀ ਦੇ ਖਿਡਾਰੀ ਸਨ। ਤੇ ਮੈਂ ਵੀ ਤੁਹਾਡਾ ਉੱਚ ਕੋਟੀ ਦਾ ਖਿਡਾਰੀ ਜਿਹੜਾ ਦੀਪ ਸਿੰਘ, ਉਹਨੂੰ ਹੱਥ ਪਾਇਆ। ਕਿਉਂਕਿ ਬਾਕੀ ਦੇ ਤੁਹਾਡੇ ਸਾਰਿਆਂ ਨੂੰ ਥੱਲੇ ਨੇ। ਜਿਵੇਂ ਹਿੰਦੂ ਜਗਤ ਵਿੱਚ ਸਾਰਿਆਂ ਤੋਂ ਉੱਤੇ ਕੌਣ ਆ? ਸ਼ਿਵ ਜੀ। ਤੇ ਸਤਿਗੁਰਾਂ ਨੇ ਸ਼ਿਵ ਜੀ ਨੂੰ ਆ ਕੇ ਹੱਥ ਪਾਇਆ। ਤੁਹਾਡੀ ਕੌਮ ਵਿੱਚ ਮੈਂ ਸ਼ਾਮਲ ਨਹੀਂ, ਮੈਂ ਸਤਿਗੁਰੂ ਦੇ ਧਰਮ ਵਿੱਚ ਸ਼ਾਮਲ ਹਾਂ। ਇਹ ਵੀ ਗੱਲ ਮੈਂ ਸਾਫ਼ ਕਰ ਦਿਆਂ। ਮੈਂ ਤੁਹਾਡੀ ਕੌਮ 'ਚ ਨਹੀਂ ਸ਼ਾਮਲ ਆ। ਸਿੱਖ ਕੌਮ ਆਪਦੇ ਗੁਰੂ ਦੇ ਗਿਆਨ ਦੇ ਮੁਤਾਬਕ ਜਦੋਂ ਧਰਮ ਨੂੰ ਮੰਨਣ ਲੱਗ ਪਏਗੀ, ਮੈਂ ਉਹਨਾਂ 'ਚ ਸ਼ਾਮਲ ਹਾਂ। ਮੈਂ ਜਿਹੜਾ ਸਤਿਗੁਰੂ ਨੇ ਇੱਕ ਪੰਥ ਚਲਾਇਆ, ਸਤਿਗੁਰੂ ਨਾਨਕ ਪ੍ਰਗਟਿਆ ਤੇ ਮਿਟੀ ਧੁੰਦ ਜਗ ਚਾਨਣ ਹੋਆ, ਨਾਨਕ ਨਿਰਮਲ ਪੰਥ ਚਲਾਇਆ, ਮੈਂ ਉਸ ਪੰਥ ਵਿੱਚ ਸ਼ਾਮਲ ਹਾਂ। ਮੇਰੀ ਟਕਸਾਲ ਸਤਿਗੁਰੂ ਨਾਨਕ ਪਾਤਸ਼ਾਹ ਦੀ ਟਕਸਾਲ ਆ। ਮੇਰਾ ਉਸਤਾਦ ਗੁਰੂ ਗ੍ਰੰਥ ਸਾਹਿਬ ਆ। ਮੇਰਾ ਗੁਰੂ ਗ੍ਰੰਥ ਸਾਹਿਬ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਝ ਗਿਆਨ ਲਿਖਿਆ ਇਹਦੇ ਮੁਤਾਬਕ ਕਰਨਾ, ਜਿਹੜਾ ਮਰਜ਼ੀ ਵਿਚਾਰ ਕਰ ਲੈ। ਬਾਬਾ ਦੀਪ ਸਿੰਘ ਨਿੱਕਾ ਜਿਹਾ ਖਿਡਾਰੀ ਸੀ ਇਸ ਧਰਮ ਦੀ ਦੁਨੀਆ ਦਾ, ਬਿਲਕੁਲ ਹੀ ਨਿੱਕਾ ਜਿਹਾ। ਇਹਦੇ ਨਾਲੋਂ ਬਹੁਤ ਅੱਗੇ ਸੀ ਬੰਦਾ ਸਿੰਘ ਬਹਾਦਰ। ਕਲਗੀਧਰ ਪਾਤਸ਼ਾਹ ਪਹਿਚਾਣ ਕੇ, ਤੁਹਾਡਾ ਅੱਜ ਤੱਕ ਅੰਦਰੋਂ ਰੋਸ ਇਸ ਗੱਲ ਦਾ, ਇਹ ਕਲਗੀਧਰ ਪਾਤਸ਼ਾਹ ਬੰਦਾ ਸਿੰਘ ਬਹਾਦਰ ਨੂੰ ਕਿਉਂ ਐਡੀ ਦੂਰ ਲੱਭ ਕੇ ਜਾ ਕੇ ਇਹ ਵਾਗਡੋਰ ਉਹਨੂੰ ਕਿਉਂ ਫੜਾ ਗਏ? ਬਾਬਾ ਦੀਪ ਸਿੰਘ ਨਹੀਂ ਸੀ ਜਿੱਤ ਸਕਦਾ, ਨਹੀਂ ਸੀ ਜਿੱਤ ਸਕਦਾ। ਉਹ ਜਿਹੜੀਆਂ ਕਲਗੀਧਰ ਪਾਤਸ਼ਾਹ ਜੀ ਜਿਹੜੀਆਂ ਤਾਕਤਾਂ ਦੇ ਕੇ ਗਿਆ ਸਨ, ਚੰਡੀ ਦੀ ਤਾਕਤ ਨੂੰ ਸੰਭਾਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਤੇ ਜੋ ਕਲਗੀਧਰ ਪਾਤਸ਼ਾਹ ਨੇ ਦਿੱਤਾ ਉਹ ਕਲਗੀਧਰ ਪਾਤਸ਼ਾਹ ਜਾਣਦੇ ਆ। ਉਹਨੂੰ ਸੰਭਾਲ ਲੈਣਾ,
ਅੰਦਰ ਇੱਕ ਸਾਡੇ ਕੋਲੇ ਇੱਕ ਮਨ ਆ, ਇੱਕ ਸੋਚ ਆ, ਇੱਕ ਵਿਚਾਰ ਆ, ਇੱਕ ਤਾਕਤ ਆ। ਅਸੀਂ ਤੇ ਨਸ਼ੇ ਦੇ ਬਾਟੇ ਨੂੰ ਨਹੀਂ ਸੰਭਾਲ ਸਕਦੇ। ਇਹ ਤਾਕਤ ਹੈ। ਕਲਗੀਧਰ ਪਾਤਸ਼ਾਹ ਬੱਚਿਆਂ ਨਾਲ ਗੱਲ ਨਹੀਂ ਸਨ ਕਰ ਸਕਦੇ। ਉੱਚ ਕੋਟੀ ਦੇ ਖਿਡਾਰੀ ਸਨ। ਉਹਨਾਂ ਨੂੰ ਪਤਾ ਸੀ ਇਹ ਬੱਚੇ ਅਜੇ, ਇਸ ਕਰਕੇ ਕੌਮ ਸਾਜੀ ਸੀ, ਇਸ ਕਰਕੇ ਤੁਹਾਨੂੰ ਬਾਹਰਲੀ ਪਹਿਰਾਵਾ ਦਿੱਤਾ ਸੀ, ਸ਼ਾਸਤਰ ਪਹਿਨਾਏ ਸਨ, ਆਪਦੀ ਕੌਮ ਬਣਾਉਣੀ ਪੈਂਦੀ ਹੈ। ਧਰਮ ਦੀ ਦੁਨੀਆ ਇਹਦੇ ਚੋਂ ਬਾਹਰ ਨਿਕਲ ਕੇ ਜਿਹੜੇ ਅੰਦਰ ਦੀ ਆਪਦੀ ਖੇਡ ਨੂੰ ਝਾਤੀ ਮਾਰੇ, ਉਹਨੂੰ ਕਹਿੰਦੇ ਅੰਦਰੋਂ ਧਾਰਮਿਕ। ਹੁਣ ਤੁਸੀਂ ਆਪਦੇ ਪਿਓ ਗੁਰੂ ਕਲਗੀਧਰ ਪਾਤਸ਼ਾਹ ਦੇ ਉੱਤੇ ਵੀ ਕਿੰਤੂ ਪਰੰਤੂ ਅੱਜ ਵੀ ਕਰਦੇ ਜੇ। ਤੇ ਤੁਹਾਡਾ ਆ 2 ਕੌਡੀ ਦਾ ਬੰਦਾ, 2 ਕੌਡੀ ਦਾ ਬੰਦਾ, ਮਿੱਟੀ ਦਾ ਮਾਧੋ ਇੰਦਰਜੀਤ ਸਿੰਘ ਘੱਗਾ ਤੇ ਇਹਦੀ ਸਾਰੀ ਆ ਮੂਰਖ ਪਾਰਟੀ ਤੇ ਤੁਹਾਡੇ ਵਿਦਵਾਨ ਜਿਨ੍ਹਾਂ ਨੂੰ ਕਹਿੰਦੇ ਅਕਲ ਦੇ ਅੰਨੇ, ਸਮਝ ਦੇ ਅੰਨੇ। ਧਰਮ ਦੀ ਦੁਨੀਆ 'ਚ ਉਤਰਾ ਚਾਹੇ ਜਿੰਨੇ ਮਰਜ਼ੀ ਬੁੱਧੀਵਾਨ ਹੋਣ, ਜਿੰਨੇ ਮਰਜ਼ੀ ਸਿਆਣੇ ਹੋਣ, ਪਰ ਜਿੱਥੇ ਧਰਮ ਦੀ ਦੁਨੀਆ ਆਉਂਦੀ ਉੱਥੇ ਬੁੱਧੀ ਦਾ ਕੋਈ ਕੰਮ ਨਹੀਂ, ਉੱਥੇ ਅਕਲ ਦਾ ਕੋਈ ਕੰਮ ਨਹੀਂ। ਉਹ ਸਤਿਗੁਰੂ ਅੱਗੇ ਰੱਖਣੀ ਪੈਂਦੀ ਆ, ਆਪਦੀ ਬੁੱਧੀ ਨਾਲ ਨਹੀਂ, ਸਤਿਗੁਰੂ ਦੀ ਬੁੱਧੀ ਨਾਲ। ਤੇ ਪਿਓ ਦੇ ਪੁੱਤ ਆਪਦੀ ਬੁੱਧੀ ਨੂੰ ਸਿੱਖ ਬੁੱਧੀਜੀਵੀ, ਇਹਨਾਂ ਨੇ ਬੇੜੇ ਗਰਕ ਕੀਤੇ ਸਾਰੇ। ਇੰਦਰਜੀਤ ਘੱਗੇ ਵੈਰਿੰਗ ਬੇੜੇ ਗਰਕ ਕੀਤੇ ਆ। ਕਲਗੀਧਰ ਪਾਤਸ਼ਾਹ ਦੀ ਬਾਣੀ ਦੇ ਉੱਤੇ ਕਿੰਤੂ ਪਰੰਤੂ। ਉਹਨਾਂ ਨੇ ਚੰਡੀ ਦੀ ਵਾਰ ਕਿਉਂ ਲਿਖਤੀ? ਉਹਨਾਂ ਨੇ ਅਵਤਾਰਾਂ ਦੀ ਗੱਲ ਕਿਉਂ ਲਿਖਤੀ? ਬੜਾ ਦੁੱਖ ਹੁੰਦਾ ਤੁਹਾਨੂੰ। ਦੀਪ ਸਿੰਘ ਦਾ ਵੀ ਤੁਹਾਨੂੰ ਬੜਾ ਦੁੱਖ ਹੁੰਦਾ। ਦੀਪ ਸਿੰਘ ਦਾ ਖਿਡਾਰੀ ਨਿੱਕਾ ਜਿਹਾ ਸੀ। ਧਰਮ ਦੀ ਦੁਨੀਆ ਦਾ ਦੀਪ ਸਿੰਘ ਨਿੱਕਾ ਜਿਹਾ ਖਿਡਾਰੀ ਸੀ। ਤੇ ਹੁਣ ਤੁਸੀਂ ਮੇਰੇ ਨਾਲ ਲੜਨ ਤੁਰ ਪਏ, ਮਾਰਨ ਆ ਗਏ ਜੀ, ਮੈਨੂੰ ਕੁੱਟਣ ਆ ਗਏ ਜੀ। ਸਤਿਗੁਰੂ ਨੂੰ ਕਿਸੇ ਨੇ ਕੁੱਟਿਆ। ਇਹਦੇ ਤੇ ਵਿਚਾਰ ਕਰੀ ਵੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੰਨਾ ਦਿੱਗਜ ਬੰਦਿਆਂ ਨੂੰ ਹੱਥ ਪਾਇਆ ਸੀ, ਤੇ ਉਹਨਾਂ ਦਿੱਗਜ ਬੰਦਿਆਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਨਾਲ ਆ ਕੇ ਵਿਚਾਰ ਕੀਤੀ ਕਿਵੇਂ ਜੋ ਇਕੱਠੇ ਹੋ ਕੇ ਉਹਨੂੰ ਕੁੱਟਣ ਨਹੀਂ ਸੀ ਆ ਗਏ। ਸਾਬਤ ਕਰਨਾ ਪੈਂਦਾ ਜੇ ਤੁਸੀਂ ਵਾਕਈ ਕਹਿੰਦੇ ਜੀ ਵੀ ਬਾਬਾ ਦੀਪ ਸਿੰਘ ਬ੍ਰਹਮ ਗਿਆਨੀ ਸੀ, ਸੰਤ ਸੀ, ਤੇ ਮੈਂ ਤੁਹਾਨੂੰ ਬਹੁਤ ਵਾਰ ਕਹਿ ਚੁੱਕਾ ਹੈ। ਆਓ ਸਾਹਮਣੇ ਤੇ ਸਾਬਤ ਕਰੋ। ਗੁਰਬਾਣੀ ਲਿਖ ਕੇ ਗਿਆ, ਸਤਿਗੁਰੂ ਜੀ ਗਿਆਨ ਲਿਖ ਕੇ ਗਿਆ, ਦੇ ਕੇ ਗਿਆ ਸਾਨੂੰ। ਉਸ ਗਿਆਨ ਦੇ ਮੁਤਾਬਕ ਆਪਾਂ ਵਿਚਾਰ ਕਰਦੇ ਹਾਂ। ਸੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਆ ਕੇ ਇਸ ਸੰਸਾਰ ਵਿੱਚ ਧਰਮ ਦੀ ਗੱਲਬਾਤ ਕੀਤੀ, ਉੱਥੇ ਉਹਨਾਂ ਨੇ ਇੱਕ ਓਂਕਾਰ ਤੋਂ ਸ਼ੁਰੂ ਕੀਤੀ ਵੀ ਪਰਮਾਤਮਾ ਇੱਕ ਹੈ। ਮੈਂ ਪਰਮਾਤਮਾ ਨਹੀਂ, ਪਰਮਾਤਮਾ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਆਕਾਰ ਨਹੀਂ, ਕੋਈ ਰੇਖ ਨਹੀਂ, ਕੋਈ ਭੇਖ ਨਹੀਂ। ਉਹ ਕੀ ਹੈ ਉਹਨੂੰ ਕੋਈ ਨਹੀਂ ਸਮਝਦਾ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਉਹਨੂੰ ਕੋਈ ਉਂਗਲਾਂ ਦੇ ਨਹੀਂ ਨਚਾ ਸਕਦਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਤਾ ਲੱਗ ਗਿਆ ਸੀ ਬਾਅਦ 'ਚ ਕੁਛ ਹੋਣ ਵਾਲਾ, ਰੋਕ ਨਹੀਂ ਸਕੇ। ਜਾਂ ਉਹਨਾਂ ਰੋਕਣ ਵਾਲੇ ਪਾਸੇ ਨੂੰ ਤਾਕਤ ਨਹੀਂ ਅਜਮਾਈ, ਬਲਕਿ ਇੰਨਾ ਕੁ ਕੀਤਾ ਵੀ ਜਵਾਨੋਂ ਇੱਥੇ ਖੂਨ ਦੀਆਂ ਨਦੀਆਂ ਵਗਣ ਵਾਲੀਆਂ ਜੇ ਇੱਥੋਂ ਨਿਕਲ ਚਲੋ। ਤੇ ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਸਨ ਹਾਜ਼ਰ, ਵੇਖਿਆ ਮੁਸਲਮਾਨ ਮੋਮਦਿਲ ਹੋਵੇ। ਮੁਸਲਮਾਨ ਕੌਣ ਹੈ ਜਿਹੜਾ ਮੋਮਦਿਲ ਹੋਵੇ? ਪਰ ਮੁਸਲਮਾਨ ਤਾਂ ਕੱਟੜ ਕੌਮ ਹੈ, ਜਿਨ੍ਹਾਂ ਨੂੰ ਗਲਾ ਵੱਢਣ ਦੀ ਟ੍ਰੇਨਿੰਗ ਦਿੱਤੀ ਗਈ ਵੀ ਗਲਾ ਜਿਹੜਾ ਜਿਹਨੂੰ ਵੀ ਤੁਸੀਂ ਜੇਬਾ ਕਰਨਾ ਜਾਨਵਰ ਨੂੰ, ਉਹਦੀ ਛੁਰੀ ਫੇਰ ਦਿਓ, ਖੂਨ ਨਿਕਲੇ, ਤੜਫੇ। ਜਿੰਨਾ ਵੱਧ ਤੜਫੇ, ਕਲਮਾ ਪੜੋ, ਓਨਾ ਹੀ ਤੁਹਾਨੂੰ ਵੱਧ ਪੁੰਨ ਮਿਲੇਗਾ, ਸੁਭਾਵ ਮਿਲੇਗਾ। ਮੋਮਦਿਲ ਨਹੀਂ। ਅਸੀਂ ਸਿੱਖ ਹਾਂ, ਅਸੀਂ ਮੋਮਦਿਲ ਨਹੀਂ। ਅਸੀਂ ਸਿੱਖ ਹਾਂ, ਅਸੀਂ ਮੋਮਦਿਲ ਨਹੀਂ। ਉਹੀ ਦਰਬਾਰ ਸਾਹਿਬ ਆ। ਕਿੰਨਿਆਂ ਕੁ ਬੰਦਿਆਂ ਦਾ ਕਤਲ ਕਰਨ ਦੀਆਂ ਗੱਲਾਂ ਕਰਦਾ ਕੋਈ ਬੰਦਾ, ਤੇ ਕੌਮ ਸਾਰੀ ਉਹਦੇ ਹੱਕ 'ਚ ਖਲੋਤੀ ਤੇ ਸੰਤ ਕਹਿ ਦਿਓ। ਉਹ ਤਾਂ ਸ਼ਾਂਤੀ ਦਾ ਸਥਾਨ ਸੀ। ਜਿਸ ਹਿੰਦੂ ਕੌਮ ਨੂੰ ਅਸੀਂ ਇਹ ਗਿਆਨ ਦੇਣਾ ਸੀ, ਉਸ ਹਿੰਦੂ ਕੌਮ ਦੇ ਬਰਖਲਾਫ ਡਟ ਕੇ ਬੋਲਦਾ ਰਿਹਾ, ਤੇ ਅਸੀਂ ਉਹਨੂੰ ਸੰਤ ਕਹਿੰਦੇ ਰਹੇ। ਜਿਹੜਾ ਕਿਸੇ ਕੌਮ ਦੇ ਬਰਖਲਾਫ ਡਟ ਕੇ ਬੋਲਿਆ, ਸਾਡੀ ਸਮਝ ਨਹੀਂ ਕਿਹਾ, ਕਿਉਂਕਿ ਅਸੀਂ ਧਰਮ ਦੇ ਮਾਰਗ ਤੇ ਚੱਲੇ ਨਹੀਂ। ਕੁੱਟਣ ਦੀ ਖੇਡ ਨਹੀਂ। ਸੰਤ ਜਰਨੈਲ ਸਿੰਘ ਜੇ ਸੰਤ ਸਨ ਤੇ ਉਹ ਇਸੇ ਕੈਟਾਗਰੀ ਦੇ ਸੰਤ ਸਨ ਜਿਨ੍ਹਾਂ ਨੂੰ ਦੇਵਤੇ ਕਿਹਾ ਜਾਂਦਾ। ਜਿੱਥੇ ਇੰਦਰ ਹੋਣੀ ਆ, ਜਿੱਥੇ ਬ੍ਰਹਮੇ ਹੋਣੀ ਆ, ਜਿੱਥੇ ਵਿਸ਼ਨੂੰ ਹੋਣੀ ਆ, ਜਿੱਥੇ ਬਾਬਾ ਨੰਦ ਸਿੰਘ ਆ, ਜਿੱਥੇ ਈਸਰ ਸਿੰਘ ਆ, ਜਿੱਥੇ ਰਾਧਾ ਸੁਆਮੀ ਗੁਰੂ ਆ, ਉੱਥੇ ਹੀ ਦੀਪ ਸਿੰਘ ਆ, ਤੇ ਉੱਥੇ ਹੀ ਦਮਦਮੀ ਟਕਸਾਲ ਦਾ ਇਹ ਵਾਲਾ ਸੂਰਮਾ
ਜਿਹਨੂੰ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬ੍ਰਹਮ ਗਿਆਨੀ ਆ ਜੀ ਧਮਕਾਣ ਜੀ ਅਮਕੜ ਜੀ ਤੇ ਟਮਕੜ ਜੀ ਕਹਿੰਦੇ ਹੋ। ਕਿਉਂ? ਪਾਰਖੂ ਨਹੀਂ, ਪਾਰਖੂ ਨਹੀਂ ਉਹ ਧਰਮ ਦੇ। ਵਿਦਿਆ ਨਹੀਂ ਉੱਥੋਂ ਤੱਕ ਜਾ ਕੇ ਲਈ, ਉਹ ਖੇਡ ਹੋ ਰਿਹਾ। ਸੋ ਨਾਨਕ ਕਹਿੰਦਾ ਹੋਏ ਕਿ ਤੇ ਰਤਨਾ ਪਰਖਣ ਜਾਏ ਦੀ ਜਦੋਂ ਗੱਲ ਕਰਦੇ ਆ ਤੇ ਰਤਨਾਂ ਨੂੰ ਪਰਖਣ ਵਾਸਤੇ ਸਾਰਿਆਂ ਨੂੰ ਪਹਿਲਾਂ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ। ਜਦੋਂ ਮੈਂ ਸਰਾਫ ਬਣ ਕੇ ਸੁਨਿਆਰਾ ਬਣ ਕੇ ਤੇ ਤੇਰੀ ਸੇਵਾ ਕਰਦਾ, ਉਦੋਂ ਕੀ ਕਰਨਾ? ਪਰਮਾਤਮਾ ਦੀ ਯਾਦ ਵਿੱਚ ਬਹਿਣਾ। ਤੇ ਉਦੋਂ ਦੂਸਰਾ ਕੰਮ ਕੀ ਹੈ? ਜੇ ਤੂੰ ਅੰਮ੍ਰਿਤ ਨਹੀਂ ਛਕਿਆ ਤੇ ਮੂਲ ਮੰਤਰ ਦਾ ਜਾਪ ਕਰਨਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ। ਬਸ ਇਹ ਕੀ ਕਰੇਗਾ? ਤੁਹਾਡੀ ਮੈਲ ਨੂੰ ਉਤਾਰੇਗਾ। ਜੇ ਤੁਸੀਂ ਸ਼ਕਤੀਆਂ ਚਾਹੁੰਦੇ ਹੋ ਆਨੰਦ ਸਿੰਘ ਤਰ੍ਹਾਂ, ਫਿਰ ਉਹਨੂੰ ਪਤਾ ਸੀ ਜੇ ਇੱਥੋਂ ਤਾਈਂ ਮੈਂ ਰਹਿ ਗਿਆ ਤੇ ਇਹਨੇ ਮੈਨੂੰ ਸ਼ਕਤੀਆਂ ਨਹੀਂ ਦੇਣੀਆਂ, ਇਹਨੇ ਮੈਨੂੰ ਖਤਮ ਕਰਨਾ ਮਿਟਾਉਣਾ, ਇਹਨੇ ਮੈਨੂੰ ਬਣਾਉਣਾ ਨਹੀਂ। ਤੇ ਰੋਏ ਕਿਉਂ? ਜਿੱਥੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਅੱਜ ਗੱਲ ਕਰਨਗੇ ਇੱਕ ਇੱਕ ਦੇ ਉੱਤੇ ਆਪਾਂ ਵਿਚਾਰ ਕਰਾਂਗੇ। ਕਥਾ 6 ਘੰਟਿਆਂ ਦੀ ਹੋ ਜੇ 5 ਦੀ ਹੋ ਜੇ ਕੋਈ ਪਰਵਾਹ ਨਹੀਂ, ਜਿੰਨੀ ਮਰਜ਼ੀ ਲੰਮੀ ਹੁੰਦੀ ਜਾਵੇ। ਪਰ ਗੱਲ ਇਹ ਹੈ ਸਤਿਗੁਰੂ ਨਾਨਕ ਪਾਤਸ਼ਾਹ ਜੀ ਜੁਰਤ ਨਾਲ ਤੰਤਰਾਂ ਨੂੰ ਕਹਿ ਕੇ ਗਿਆ ਇਹ ਸਾਰੇ ਦੇ ਸਾਰੇ ਮਿੱਟੀ ਦੇ ਮਤਲਬ ਪਰਮਾਤਮਾ 'ਚ ਮਿਲੇ ਹੋਏ ਨਹੀਂ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਉਸ ਸੰਸਾਰ ਵਿੱਚ ਜਾਣ ਨਾਲੋਂ। ਜਿੱਥੇ ਦੇਵੀ ਦੇਵਤੇ ਹਨ, ਜਿੱਥੇ ਇਹ ਬਾਬੇ ਹਨ ਜਿਨ੍ਹਾਂ ਦੀ ਆਤਮਾ ਪਰਮਾਤਮਾ ਵਿੱਚ ਅਭੇਦ ਨਹੀਂ ਹੋ ਸਕੀ, ਉਹਦੇ ਨਾਲੋਂ ਇਹ ਸੰਸਾਰ ਲੱਖ ਗੁਣਾ ਚੰਗਾ ਹੈ। ਇਸ ਸੰਸਾਰ 'ਚ ਰਹੋ, ਨਾ ਪੰਗੇ ਲਓ। ਇਹ ਵਿਦਿਆ ਲੈ ਕੇ ਆਏ ਸਨ ਸਤਿਗੁਰੂ ਨਾਨਕ ਪਾਤਸ਼ਾਹ। ਸੋ ਇੱਕ ਕੀ ਹੈ? ਪਰਮਾਤਮਾ ਇੱਕ ਹੈ ਓੰਕਾਰ। ਜੋ ਵੀ ਕੁਛ ਦੀਦਾ ਚਾਹੇ ਜਿੰਨੇ ਵੀ ਧਰਮ ਤੇ ਜੋ ਸੰਸਾਰ 'ਚ ਮਾੜਾ ਕੀ ਤੇ ਚੰਗਾ ਕੀ ਤੇ ਜੋ ਕੁਛ ਵੀ ਗੰਦਗੀ ਕੀ ਤੇ ਪਵਿੱਤਰਤਾ ਕੀ, ਉਸੇ ਦੇ ਰੂਪ ਹੈ। ਜੋ ਵੀ ਤੁਹਾਨੂੰ ਦਿਸਦਾ ਪਰਮਾਤਮਾ ਹੀ ਹੈ, ਉਸੇ ਦੇ ਬਣਾਇਆ ਹੋਇਆ। ਉਹ ਕੀ ਹੈ ਉਹਨੂੰ ਕੋਈ ਨਹੀਂ ਪਛਾਣ ਸਕਿਆ ਅੱਜ ਤੱਕ। ਹਰ ਇੱਕ ਦੇ ਵਿੱਚ ਰਹਿੰਦਾ, ਕੋਈ ਵੀ ਐਸੀ ਸੰਸਾਰ ਦੀ ਚੀਜ਼ ਨਹੀਂ ਜਿਹਦੇ ਵਿੱਚ ਆਖੋ ਨਹੀਂ ਦੇ ਚ ਹੈ ਨਹੀਂ। ਪਰਮਾਤਮਾ ਇੱਥੇ ਹੈ ਨਹੀਂ ਵੀ ਪਰਮਾਤਮਾ ਇਸ ਚੀਜ਼ ਤੋਂ ਡਰਦਾ। ਸਤਨਾਮ ਉਹਦਾ ਨਾਮ ਸੱਚਾ ਹੈ। ਇੱਥੇ ਇੱਕ ਰਾਮ ਲਾਲ ਦਾ ਗੁਰਦੁਆਰਾ, ਪਹਿਲਾਂ ਮੈਨੂੰ ਐ ਸਮਝਾਓ ਕਿਤੇ ਰਾਮ ਲਾਲ ਦੇ ਵੀ ਗੁਰਦੁਆਰੇ ਹੁੰਦੇ? ਗੁਰਦੁਆਰਾ ਤਾਂ ਗੁਰੂ ਦਾ ਹੁੰਦਾ। ਇੱਥੇ ਇੱਕ ਮੈਂ ਵੀਡੀਓ ਬਣਾਈ ਤੇ ਉਹਦੇ ਬਾਬੇ ਕੋਲ ਚੱਲ ਗਿਆ। ਬਾਬਾ ਮੈਂ ਵੀਡੀਓ ਬਣਾਉਣੀ ਆ, ਧਾਰਮਿਕ ਇੱਕ ਸ਼ਬਦ ਆ। ਕਹਿੰਦਾ ਹਾਂ ਹਾਂ ਕੀ ਆਖਿਆ ਜੀ? ਮੈਂ ਆਖਿਆ ਬਾਬਾ ਵੀਡੀਓ ਬਣਾਉਣੀ ਆ ਤੇ ਗੁਰਦੁਆਰੇ ਦੇ ਵਿੱਚ ਮੈਨੂੰ ਇਜਾਜ਼ਤ ਚਾਹੀਦੀ ਆ। ਦੂਸਰਿਆਂ ਬੰਦਿਆਂ ਲਈ ਵੇਂਦਾ, ਜਿਹੜਾ ਬੰਦਾ ਦੁਕਾਨ ਕਰਦਾ ਉਹ ਮੇਰੇ ਲਈ ਵੇਂਦਾ ਵੀ ਇਹ ਬੰਦਾ ਸੌਦਾ ਕਰਨ ਆ ਗਿਆ, ਦੁਕਾਨ ਕਰਨ ਆ ਗਿਆ। ਹੁਣ ਇਹ ਗਾਣਾ ਕਰੇਗਾ। ਜਿਹੜਾ ਧਾਰਮਿਕ ਬੰਦੇ ਐਡੀ ਐਡੀਆਂ ਗੱਲਾਂ ਕਰਨ ਵਾਲਾ ਮੇਰੇ ਇਸ ਗੁਰਦੁਆਰੇ 'ਚ ਹੀ ਆ ਗਿਆ ਤੇ ਹੁਣ ਇਹ ਵੀਡੀਓ ਬਣਾਏਗਾ। ਪਤਾ ਸੀ ਉਹਨੂੰ ਜੇ ਇਹਦੇ ਨਾਲ ਮੈਂ ਟੱਕਰ ਲੈ ਬੈਠਾ, ਇਹ ਬੰਦਾ ਜਾਣਦਾ ਸਾਰਾ ਕੁਛ। ਇਹ ਤੂੰ ਇੰਨੇ ਚਿਰ ਦੀ ਦੁਕਾਨਦਾਰੀ ਕਰੀ ਜਾਂਦਾ, ਜੇ ਤੂੰ ਇੰਨੇ ਚਿਰ ਤਾਂ ਖਾਧੀ ਜਾਂਦਾ ਇਸੇ ਗੁਰਦੁਆਰੇ ਇਸੇ ਗੁਰੂ ਦੇ ਨਾਂ ਤੇ ਜੇ ਮੈਂ ਅੱਜ ਇੱਕ ਦਿਨ ਦੁਕਾਨਦਾਰੀ ਕਰ ਲਾਂਗਾ, ਜਿਹਦੇ 'ਚ ਬਹਿ ਕੇ ਮੈਂ ਵੀਡੀਓ ਬਣਾ ਲਾਂਗਾ, ਤੇ ਮੈਂ ਇੱਥੋਂ ਕੁਛ ਚੁੱਕ ਕੇ ਥੋੜ੍ਹਾ ਲੈ ਚੱਲਿਆ। ਦੁਕਾਨਦਾਰੀ ਤੂੰ ਕਰਦਾ ਤੇ ਦੁਕਾਨਦਾਰੀ ਮੈਂ ਕਰ ਲੱਗਾ। ਇਸ ਰਾਮ ਲਾਲ ਦੇ ਗੁਰਦੁਆਰੇ ਵਿੱਚ ਸਮਝ ਲਓ ਜਦੋਂ ਧਰਮ ਦੀ ਅੰਦਰੋਂ ਖੇਡ ਜਾਗਰਤ ਹੋਈ ਤੇ ਮੇਰੀ ਸ਼ੁਰੂਆਤ ਕਿੱਥੋਂ ਹੋਈ? ਰਾਮ ਲਾਲ ਦੇ ਗੁਰਦੁਆਰੇ ਤੋਂ। ਦੁਨੀਆ ਮੰਨਦੀ ਆ, ਆਉਂਦੀ ਆ, ਮੱਥੇ ਟੇਕਦੀ ਹੈ। ਕੋਈ ਉਹਨਾਂ ਨੂੰ ਧਰਮ ਨਾਲ ਲੈਣਾ ਦੇਣਾ ਨਹੀਂ, ਕੋਈ ਗੁਰੂ ਨਾਲ ਲੈਣਾ ਦੇਣਾ ਨਹੀਂ, ਕੋਈ ਉਹਨਾਂ ਨੂੰ ਧਰਮ ਦੀ ਜਾਣਕਾਰੀ ਨਹੀਂ, ਕੋਈ ਧਰਮ ਦੀ ਸਮਝ ਨਹੀਂ, ਕਿੱਥੋਂ ਕੀ ਮਿਲਦਾ, ਉਹ ਕੌਣ ਆ। ਬਸ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਣੇ ਚਾਹੀਦੇ ਆ ਤੇ ਨਮਸਕਾਰ ਕਰੋ ਤੇ ਮੱਥਾ ਟੇਕੋ ਤੇ ਬਸ ਜੈ ਜੈਕਾਰ ਚੜ੍ਹਦੀ ਕਲਾ। ਸੋ ਉਸ ਗੁਰਦੁਆਰੇ ਵਿੱਚ ਬੰਦਾ ਇੱਕ ਆਉਂਦਾ, ਜਦੋਂ ਧਰਮ ਦੇ ਉੱਤੇ ਵਿਚਾਰ ਹੁੰਦੀ, ਜਦੋਂ ਧਰਮ ਦੇ ਉੱਤੇ ਡਿਬੇਟ ਹੁੰਦੀ ਆ, ਉੱਥੇ ਗੱਲ ਚੱਲਦੀ ਆ ਕਿਰਤਮ ਨਾਮ ਜਪੇ ਹੈ ਤੇਰੇ ਜੇਬਾਂ ਤੇ ਸਤਨਾਮ ਤੇਰਾ ਪਰਾਪੁਰਬਲਾ। ਤੇਰਾ ਪਰਾਪੁਰਬਲਾ ਨਾਮ ਸਤਨਾਮ ਹੈ, ਸੱਚਾ ਨਾਮ ਹੈ। ਤੇ ਕਿਰਤਮ ਨਾਮ ਜਿਹੜੇ ਕੀਤੇ ਹੋਏ ਸਾਡੇ ਰੱਖੇ ਹੋਏ, ਉਹ ਕਿਸੇ ਨੇ ਰਾਮ ਰੱਖਿਆ, ਕਿਸੇ ਨੇ ਅੱਲਾ ਰੱਖਿਆ, ਜਿਵੇਂ ਸਾਡੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਹਿਗੁਰੂ ਰੱਖਿਆ। ਇਹ ਕੀਤੇ ਹੋਏ ਆ ਤੇ ਜਿਹੜੀ ਸਾਡੀ ਜ਼ੁਬਾਨ ਆ ਇਹ ਕੀਤੇ ਹੋਏ ਨਾਵਾਂ ਨੂੰ ਜਪਦੀ, ਕਿਰਤਮ ਨੂੰ। ਤੇ ਉਹ ਬਾਹਰ ਡਾਂਗਾਂ ਲਾ ਕੇ ਖਲੋਤੇ ਕੁੱਟਣ ਵਾਸਤੇ ਵੀ ਬੰਦੇ ਨੂੰ ਇਹਨੂੰ ਕੁੱਟਣਾ ਕਿਉਂ? ਅਗਿਆਨੀਆਂ ਦਾ ਟੋਲਾ ਸਾਰਾ, ਧਰਮ ਨੂੰ ਸਮਝਦੇ ਨਹੀਂ, ਜਾਣਕਾਰੀ ਨਹੀਂ ਰੱਖਦੇ।
ਸੋ ਧਰਮ ਦੀ ਜਾਣਕਾਰੀ ਰੱਖਣ ਵਾਸਤੇ ਪਹਿਲਾਂ ਇਸ ਗ੍ਰੰਥ ਦੀ ਵਿਦਿਆ ਸਾਨੂੰ ਚੰਗੀ ਤਰ੍ਹਾਂ ਆਉਣੀ ਚਾਹੀਦੀ ਆ, ਉਦੋਂ ਬਾਅਦ ਹੀ ਇਹ ਖੇਡ ਜਿਹੜੀ ਉਹ ਬਣ ਸਕਦੀ ਹੈ। ਸੋ ਇਸ ਵਿਦਿਆ ਨੂੰ ਜਾਣਨ ਵਾਸਤੇ ਸਾਰਿਆਂ ਨੂੰ ਪਹਿਲਾਂ ਆਪਾਂ ਆਪੇ ਦੀ ਖੋਜ ਕਰੀਏ, ਅੰਦਰ ਜਾਈਏ, ਪੜਤਾਲੀਏ ਹੁੰਦਾ ਕੀ।